ਪੰਥਕ ਨਜ਼ਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਭਰਵਾਂ ਸਵਾਗਤ ਹੈ ਤੇ ਮੇਰੇ ਨਾਲ ਮੌਜੂਦ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਜੀ ਸੀਨੀਅਰ ਪੱਤਰਕਾਰ। ਅੱਜ ਅਸੀਂ ਗੱਲ ਕਰਨੀ ਹੈ ਕਿ ਜਿਹੜੀ ਦਿੱਲੀ ਕਮੇਟੀ ਦੇ ਵੱਲੋਂ ਪੰਜਾਬ ਦੇ ਵਿੱਚ ਧਰਮ ਪ੍ਰਚਾਰ ਲਹਿਰ ਆਰੰਭ ਕੀਤੀ ਗਈ ਹੈ, ਜਿਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਵੱਡਾ ਝਟਕਾ ਲੱਗਾ। ਸੋ ਕੀ ਝਟਕਾ ਲੱਗਾ, ਕਿਉਂ ਝਟਕਾ ਲੱਗਾ ਤੇ ਇਹਦੇ ਸੰਬੰਧ ਵਿੱਚ ਅਸੀਂ ਜਿਹੜੀ ਆ ਕਿ ਪੰਥਕ ਨਜ਼ਰ ਦੇ ਉੱਪਰ ਜਿਹੜੀ ਗੱਲ ਕਰਾਂਗੇ। ਸੋ ਪੰਥਕ ਨਜ਼ਰੀਏ ਨੂੰ ਮੁੱਖ ਰੱਖਦੇ ਹੋਏ ਅਸੀਂ ਗੱਲ ਸ਼ੁਰੂ ਕਰ ਰਹੇ ਹਾਂ। ਸਿੱਧੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਕਿ ਦਿੱਲੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਪੰਜਾਬ ਦੇ ਵਿੱਚ ਆਰੰਭ ਕੀਤੀ ਗਈ ਹੈ, ਕਿਉਂ ਕਰਨੀ ਪਈ ਹੈ, ਕਿਹੜੇ ਮੁੱਖ ਕਾਰਨਾਂ ਲੈ ਕੇ ਉਹਨਾਂ ਨੇ ਜਿਹੜੀ ਆ ਕਿ ਧਰਮ ਪ੍ਰਚਾਰ ਲਹਿਰ ਜਿਹੜੀ ਆ ਪੰਜਾਬ 'ਚ ਆਰੰਭ ਕੀਤੀ ਹੈ, ਜਦ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਹੀ ਇੱਥੇ ਜਿਹੜੀ ਹੈ ਧਰਮ ਪ੍ਰਚਾਰ ਦਾ ਕੰਮ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਵੀ ਜਿਹੜਾ ਬਹੁਤ ਵੱਡਾ ਪ੍ਰਚਾਰ ਕੀਤਾ ਜਾ ਰਿਹਾ ਤੇ ਵੀਡੀਓ ਪਾਈਆਂ ਜਾਂ ਸੋਸ਼ਲ ਮੀਡੀਆ ਤੇ ਕਾਫੀ ਉਹ ਪ੍ਰਸਾਰਨ ਹੋਇਆ ਉਹਦਾ, ਜਿਹਦੇ ਵਿੱਚ ਜਾਲੀ ਫੋਟੋ ਪਾਈਆਂ ਗਈਆਂ, ਬਹੁਤ ਵੱਡਾ ਕਰਾਊਡ ਅਸਾਈਆਂ ਦਾ ਦਿਖਾਇਆ ਗਿਆ ਪਿੱਛੇ ਮਹੀਨਾ ਕੁ ਪਹਿਲਾਂ। ਤੇ ਐਕਚੁਅਲੀ ਕੀ ਸੀ ਵੀ ਕੋਈ ਐਡਾ ਵੱਡਾ ਕਰਾਊਡ ਨਹੀਂ ਸੀ। ਫੋਟੋ ਹੈ ਜਿਹੜੀ ਉਹਨਾਂ ਨੇ ਮੈਨੇਜ ਕੀਤੀ, ਅਸੀਂ ਉਹਨਾਂ ਨੇ ਡਾਕਟਰ ਕੀਤੀ ਫੋਟੋ, ਇੱਧਰ ਉੱਧਰ ਦੀ ਪਤਾ ਨਹੀਂ ਕਿੱਥੋਂ ਦੀ ਲਿਆ ਕੇ ਉਹ ਦਿਖਾਈ ਗਈ। ਇਹ ਬਹੁਤ ਪੰਜਾਬ ਵਿੱਚ ਪ੍ਰਚਾਰ ਹੋ ਰਿਹਾ, ਖਾਸ ਕਰਕੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਇਲਾਕੇ ਦੇ ਵਿੱਚ ਬਾਰਡਰ ਏਰੀਏ 'ਚ ਵੀ ਸਭ ਤੋਂ ਜ਼ਿਆਦਾ ਖਤਰਾ ਹੁਣ ਈਸਾਈਆਂ ਤੋਂ ਹੈ। ਈਸਾਈ ਮਿਸ਼ਨਰੀ ਹੈ ਜਿਹੜੇ ਉਹ ਧਰਮ ਪਰਿਵਰਤਨ ਕਰ ਰਹੇ ਹੈ, ਖਾਸ ਕਰਕੇ ਬਾਰਡਰ ਏਰੀਏ ਦੇ ਵਿੱਚ ਕਰ ਰਹੇ ਆ। ਇਹ ਜਿਹੜੀ ਸਾਰੀ ਕਿੰਨਾ ਧਰਮ ਪਰਿਵਰਤਨ ਹੋ ਰਿਹਾ, ਥੋੜਾ ਬਹੁਤ ਹੋਇਆ ਹੋਏਗਾ, ਕੋਈ ਛੋਟੇ ਮੋਟੇ ਇਨਸੀਡੈਂਟ ਹੁੰਦੇ ਰਹਿੰਦੇ ਆ, ਪਰ ਜਿਸ ਲੈਵਲ ਦੀ ਇਹ ਲਹਿਰ ਮੈਨੇਜ ਕੀਤੀ ਜਾ ਰਹੀ ਹੈ, ਪੇਸ਼ ਕੀਤੀ ਜਾ ਰਹੀ ਹੈ, ਉਹਦੇ ਪਿੱਛੇ ਕੋਈ ਬਹੁਤੀ ਵੱਡੀ ਸੱਚਾਈ ਨਹੀਂ ਹੈ। ਸੱਚਾਈ ਇਸ ਕਰਕੇ ਨਹੀਂ ਹੈ ਵੀ ਇਹ ਸਾਰਾ ਛੋਟੀ ਗੱਲ ਨੂੰ ਬਹੁਤ ਵੱਡਾ ਬਣਾ ਕੇ ਦਿੱਤਾ ਜਾ ਰਿਹਾ। ਇੱਥੋਂ ਤੱਕ ਗੱਲਾਂ ਹੋ ਰਹੀਆਂ ਵੀ ਸਿੱਖ ਵੀ ਇਸ ਟਰੈਪ 'ਚ ਆ ਰਹੇ ਆ ਵੀ ਐਂਟੀ ਕਨਵਰਸ਼ਨ ਲਾਅ ਬਣਾਉਣਾ ਚਾਹੀਦਾ, ਜਿਹੜਾ ਕਿ ਸਾਰਾ ਬੀਜੇਪੀ ਸਟੇਟਾਂ, ਜਿੱਥੇ ਜਿੱਥੇ ਬੀਜੇਪੀ ਰੂਲਡ ਸਟੇਟਸ ਹੈ, ਬੀਜੇਪੀ ਰਾਜ ਕਰਦੀ ਹੈ, ਉੱਥੇ ਐਂਟੀ ਕਨਵਰਸ਼ਨ ਲਾਅ ਬਣਾਏ ਆ। ਹਰਿਆਣਾ ਹੋਰ ਵੀ ਸਖਤ ਬਣਾ ਰਿਹਾ ਤੇ ਮੱਧ ਪ੍ਰਦੇਸ਼, ਉੜੀਸਾ, ਕਰਨਾਟਕਾ ਤੇ ਇਹ ਸਾਰਿਆਂ ਦੇ ਵਿੱਚ ਬਣੇ ਆ। ਜਿਸ ਤਰੀਕੇ ਨਾਲ ਗੁਜਰਾਤ, ਇਹਨਾਂ 'ਚ ਸਾਰਿਆਂ 'ਚ ਧਰਮ ਪਰਿਵਰਤਨ ਦੇ ਕਾਨੂੰਨ ਬਣਾਏ ਹੋਏ ਆ, ਐਂਟੀ ਕਨਵਰਸ਼ਨ ਲਾਅ ਬਣਾਏ ਹੋਏ ਆ। ਤੇ ਜਦੋਂ ਕਿ ਇਹਨਾਂ ਦੀ ਬਹੁਤੀ ਲੋੜ ਨਹੀਂ ਹੈ ਇਹਦੀ, ਜੇ ਅਸੀਂ ਇਸੇ ਕਰਕੇ ਇਹ ਸਾਰਾ ਕੁਝ ਖੜਾ ਜਾਣਬੁੱਝ ਕੇ ਕੀਤਾ ਰਿਹਾ, ਇਹ ਕਰ ਰਹੇ ਆ ਵੀ ਸਿੱਖਾਂ ਦਾ ਬਾਹਰ ਪ੍ਰਚਾਰ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਵੀ ਸਿੱਖ ਹੈ ਜਿਹੜੇ ਉਹ ਤਾਂ ਹੁਣ ਮਿਸ਼ਨਰੀਆਂ ਦੇ ਅਟੈਕ ਥੱਲੇ, ਈਸਾਈ ਮਿਸ਼ਨਰੀਆਂ ਦੇ ਅਟੈਕ ਥੱਲੇ ਆ ਗਏ ਆ। ਤੇ ਬਾਹਰ ਇਸ ਕਰਕੇ ਇਹੋ ਜਿਹਾ ਮਾਹੌਲ ਕਰਕੇ ਇਹ ਵੀ ਲੱਗ ਰਿਹਾ, ਡਰ ਹੈ ਵੀ ਕਿਤੇ ਨਾ ਕਿਤੇ ਈਸਾਈਆਂ ਉੱਤੇ ਇਹ ਹਮਲੇ ਸਿੱਖਾਂ ਤੋਂ ਕਰਾਉਣਗੇ। ਸਿੱਖ ਕੋਈ ਇਹੋ ਜਿਹੇ ਵਿੱਚੋਂ ਲੱਭ ਕੇ ਕੋਈ ਇਹੋ ਜਿਹਾ ਗਰਮ ਮਜਾਜ ਬੰਦੇ ਲੱਭੇ ਜਾ ਸਕਦੇ ਆ। ਇਹ ਸਾਰੀ ਸਾਜ਼ਿਸ਼ ਹੈ, ਪਰ ਅਸੀਂ ਇਸ ਸਾਜ਼ਿਸ਼ ਦੇ ਬਾਰੇ ਸਿੰਘ ਸਭਾ ਵੱਲੋਂ, ਕੇਂਦਰੀ ਸਿੰਘ ਸਭਾ ਵੱਲੋਂ ਆਗਾਹ ਕਰਦੇ ਹਾਂ ਲੋਕਾਂ ਨੂੰ, ਸਿੱਖਾਂ ਨੂੰ ਖਾਸ ਕਰਕੇ, ਬੁੱਧੀਜੀਵੀਆਂ ਨੂੰ ਖਾਸ ਕਰਕੇ ਇਹ ਕਹਿੰਦੇ ਆ ਵੀ ਤੁਸੀਂ ਇਸ ਗੱਲ ਤੋਂ ਸੁਚੇਤ ਹੋਵੋ। ਇਹ ਕੰਪੇਨ ਕਿਉਂ ਹੈ ਤੇ ਕਿਵੇਂ ਸ਼ੁਰੂ ਹੋਈ, ਇਹਦੀ ਬੈਕਗਰਾਊਂਡ ਵਿੱਚ ਜਾਣਾ ਚਾਹੀਦਾ। ਕੰਪੇਨ ਇੱਥੋਂ ਸ਼ੁਰੂ ਕੀਤੀ ਵੀ ਬੀਜੇਪੀ ਡਬਲ ਸਟੈਂਡਰਡ ਗੇਮ ਉਹਦੀ ਹੈ ਸਾਰੇ ਥਾਂ ਤੇ, ਦੋਹਰੀ ਇਹ ਗੇਮ ਖੇਡਦੀ ਹੈ। ਦੂਜੀਆਂ ਸਾਰੀਆਂ ਸਟੇਟਾਂ ਦੇ ਵਿੱਚ ਸਭ ਤੋਂ ਪਹਿਲਾਂ ਬੀਜੇਪੀ ਨੇ ਈਸਾਈਆਂ ਦੇ ਵਿਰੁੱਧ ਵੱਡੀ ਕੰਪੇਨ ਕੀਤੀ। ਗੁਜਰਾਤ ਵਿੱਚ ਇਹਨਾਂ ਦੇ ਜਿਹੜੀਆਂ ਹਿੰਦੂ ਸੰਸਥਾਵਾਂ ਸੀ, ਉਹਨਾਂ ਦੇ ਬੰਦਿਆਂ ਨੇ ਮਿਸ਼ਨਰੀਆਂ 'ਤੇ ਅਟੈਕ ਕੀਤੇ। ਕਈਆਂ ਮਿਸ਼ਨਰੀਆਂ ਨੂੰ ਆਸਟ੍ਰੇਲੀਆ ਦਾ ਜਿਹੜਾ ਮਿਸ਼ਨਰੀ ਸੀ ਉਹਦੇ 'ਤੇ, ਗੁਜਰਾਤ ਦੇ ਉੱਥੇ ਉੜੀਸਾ ਦੇ ਵਿੱਚ ਉਹਦੇ 'ਤੇ ਬਹੁਤ ਵੱਡਾ ਹਮਲਾ ਕੀਤਾ। ਤੇ ਉਹ ਸਾਰੇ ਵਾਲੇ ਮਸ਼ਹੂਰ ਹੈ ਵੀ ਉਹਦੇ ਬੱਚਾ ਤੇ ਪਰਿਵਾਰ ਵੀ ਸਾਰੇ ਸਾੜਤੇ ਸੀ। ਇਹ ਸਾਰੇ ਥਾਵਾਂ ਉੱਤੇ ਮੱਧ ਪ੍ਰਦੇਸ਼ ਸਾਰੇ ਥਾਵਾਂ ਉੱਤੇ ਇਹ ਜਿੱਥੇ ਵੀ ਟਰਾਈਬਲ ਹੈ ਉਸ ਏਰੀਏ 'ਚ ਤੇ ਨਾਰਥ ਈਸਟ 'ਚ ਉੱਥੇ ਹਮਲੇ ਕਰਦੇ ਆ ਵੀ ਈਸਾਈ ਇੱਥੇ ਧਰਮ ਪਰਿਵਰਤਨ ਕਰ ਰਹੇ ਆ। ਬੀਜੇਪੀ ਖੁਦ ਅੱਗੇ ਲੱਗ ਕੇ ਕਰਦੀ ਹੈ। ਇੱਥੇ ਪੰਜਾਬ 'ਚ ਬੀਜੇਪੀ ਹੁਣ ਸਿੱਖਾਂ ਨੂੰ ਅੱਗੇ ਲਾ ਰਹੀ ਹੈ। ਸਿੱਖਾਂ ਦੇ ਇੱਥੇ ਡਬਲ ਸਟੈਂਡਰਡ ਹੈ ਇੱਥੇ ਸਾਰੀ ਗੱਲ ਦਾ। ਇੱਥੇ ਆਪ ਨਹੀਂ ਅੱਗੇ ਆਈ, ਇਹਨੇ ਕੁਝ ਸਿੱਖਾਂ ਨੂੰ ਲੈ ਕੇ ਆਈ ਹੈ ਅੱਗੇ ਤੇ ਸਿੱਖਾਂ ਤੋਂ ਇਹ ਕੰਮ ਕਰਵਾ ਰਹੀ ਹੈ। ਪਰ ਇਹ ਯਾਦ ਰੱਖਣ ਪੰਜਾਬ ਦੇ ਸਿੱਖ ਖਾਸ ਕਰਕੇ ਵੀ ਤੁਹਾਡੇ ਡਾਇਸਪੋਰਾ ਜਿਹੜਾ ਤੁਹਾਡੇ ਬੱਚੇ ਉੱਥੇ ਬਾਹਰ ਗਏ ਹੋਏ ਆ,
ਤੁਹਾਡੇ ਪਰਿਵਾਰ ਬਹੁਤ ਹੈ ਸਿੱਖ ਘੱਟੋ ਘੱਟ 150 ਕੰਟਰੀਆਂ 'ਚ ਬੈਠੇ ਆ, ਤੇ ਉਹ ਬਹੁਤੇ ਕੰਟਰੀ ਇਹੋ ਜਿਹੇ ਜਿਹੜੇ ਈਸਾਈ ਹੈ, ਤੇ ਤੁਹਾਡੇ ਤੇ ਜੇ ਹਮਲੇ ਉੱਥੇ ਹੋਣ ਲੱਗ ਗਏ, ਤੁਹਾਡੇ ਕੱਲਾ ਦੁਕੱਲਾ ਸਿੱਖ ਉੱਥੇ ਫੈਮਲੀਆਂ ਰਹਿੰਦੀਆਂ, ਤੇ ਤੁਸੀਂ ਇਹਦਾ ਫਿਰ ਨਤੀਜਾ ਭੁਗਤਣਾ ਤੁਹਾਨੂੰ ਉੱਥੇ ਪਊਗਾ। ਜੇ ਕਿਤੇ ਇੱਥੇ ਈਸਾਈਆਂ ਉੱਤੇ ਇਹਨਾਂ ਨੇ ਹਮਲੇ ਸ਼ੁਰੂ ਕਰਤੇ, ਕਰਵਾ ਰਹੀ ਹੈ ਜਾਣਬੁੱਝ ਕੇ ਇਹ ਬੀਜੇਪੀ RSS ਦਾ ਸਾਜ਼ਿਸ਼ ਹੈ। ਆਹ ਜਿਹੜੇ ਸਾਡੇ ਬੰਦਿਆਂ ਨੇ ਕੱਲ੍ਹ ਆ ਕੇ ਦਫ਼ਤਰ ਖੋਲ੍ਹਿਆ ਦਿੱਲੀ ਗੁਰਦੁਆਰਾ ਕਮੇਟੀ, ਤਾਂ ਇਹਦੇ ਬਾਰੇ ਸਾਨੂੰ ਕਹਿਣ 'ਚ ਕੋਈ ਸੰਕੋਚ ਨਹੀਂ ਵੀ ਜਿਹੜਾ ਦਿੱਲੀ ਗੁਰਦੁਆਰਾ ਕਮੇਟੀ ਹੈ ਉਹਦੀ ਜਿਹੜੀ ਸਾਰੀ ਹੁਣ ਹਰਮੀਤ ਸਿੰਘ ਕਾਲਕਾ ਤੇ ਉਹ ਸਾਰੇ ਜਿਹੜੇ ਪ੍ਰਧਾਨ ਹੈ, ਇਹ ਬੀਜੇਪੀ ਦੀ ਸਪੋਰਟ ਨਾਲ ਬਣੇ ਆ, ਬੀਜੇਪੀ ਨਾਲ ਸਾਰਿਆਂ ਦੀ ਪਿੱਠ ਲੱਗਦੀ ਹੈ। ਇੱਥੋਂ ਤੱਕ ਕਈ ਜਿਹੜੇ ਅਹੁਦੇਦਾਰ ਹੈ ਦਿੱਲੀ ਗੁਰਦੁਆਰਾ ਕਮੇਟੀ ਦੇ ਦਿੱਲੀ ਦੇ, ਉਹਨਾਂ ਦੀਆਂ ਕਿਸੇ ਦੀ ਘਰ ਵਾਲੀ ਬੀਜੇਪੀ ਦੀ ਕਾਉਂਸਲਰ ਹੈ, ਕੋਈ ਕਿਸੇ ਦੀ ਬੀਜੇਪੀ ਟਿਕਟ ਉੱਤੇ ਇਲੈਕਸ਼ਨ ਲੜਿਆ, ਇਹ ਸਾਰੇ ਬੰਦੇ ਬੀਜੇਪੀ ਨਾਲ ਜੁੜੇ ਹੋਏ ਆ। ਇਹ ਜਦੋਂ ਇੱਥੇ ਆ ਕੇ ਕੱਲ੍ਹ ਖੋਲ੍ਹਦੇ ਆ, ਉਹ ਕੋਈ ਕਿਹੜਾ ਬੰਦਾ ਜਿਹੜਾ ਬੀਜੇਪੀ ਨਾਲ ਨਹੀਂ ਜੁੜਿਆ? ਆ ਦਾਦੂਵਾਲ ਹੈ, ਦਾਦੂਵਾਲ ਵੀ ਬੀਜੇਪੀ ਨਾਲ ਇੱਥੇ ਹਰਿਆਣੇ ਦੇ ਵਿੱਚ ਇਹ ਖੱਟੜ ਹੈ ਜਿਹੜਾ ਚੀਫ ਮਿਨਿਸਟਰ ਬੀਜੇਪੀ ਦਾ, ਉਹਦੀ ਮਰਜ਼ੀ ਨਾਲ ਦਿੱਲੀ ਗੁਰਦੁਆਰਾ ਕਮੇਟੀ ਦਾ ਹਰਿਆਣਾ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਿਆ। ਤੇ ਇਸੇ ਤਰੀਕੇ ਨਾਲ ਟਕਸਾਲ ਜਿਹੜੀ ਹੈ ਉਹਦਾ ਜਿਹੜਾ ਅੱਜ ਕੱਲ੍ਹ ਜਿਹੜਾ ਰੁਖ ਹੈ ਉਹ ਸਾਰਾ ਪਤਾ ਹੀ ਹੈ ਵੀ ਜਾ ਕੇ ਦਿੱਲੀ ਗੁਰਦੁਆਰਾ ਕਮੇਟੀ ਨਾਲ ਮਿਲਦਾ ਹੈ, ਤੇ ਉਹ ਸੁਖਬੀਰ ਬਾਦਲ ਨੂੰ ਛੱਡ ਕੇ ਉਧਰਲੇ ਪਾਸੇ ਆਇਆ। ਤਾਂ ਇਹ ਸਾਰਾ ਜਿਹੜਾ ਦਾਰੋਮਦਾਰ ਹੈ ਇਹ ਅੱਜ ਕੱਲ੍ਹ ਬੀਜੇਪੀ ਨਾਲ ਜੁੜਿਆ ਹੋਇਆ। ਸਿੱਧੂ ਸਾਹਿਬ ਵੀ ਇੱਥੇ ਜਿਹੜੇ ਕਿ ਭਾਈ ਮੋਹਕਮ ਸਿੰਘ ਦੀ ਗੱਲ ਕਰੀ ਜਾਂ ਸਤਨਾਮ ਸਿੰਘ ਮਨਾਵਾਂ ਦੀ ਅਸੀਂ ਗੱਲ ਕਰਦੇ ਹਾਂ, ਕਿਉਂਕਿ ਉਹਨਾਂ ਨੇ ਕਦੇ ਅਕਾਲੀ ਦਲ ਯੂਨਾਈਟਿਡ ਬਣਾਇਆ ਤੇ ਕਦੇ ਹੁਣ ਜਿਹੜਾ ਕਿ ਅਕਾਲੀ ਦਲ ਸੰਯੁਕਤ ਬਣਾਇਆ ਹੋਇਆ ਹੈ। ਪਰ ਇਸ ਤੋਂ ਪਹਿਲਾਂ ਜਿਹੜੇ ਆ ਕਿ ਦਮਦਮੀ ਟਕਸਾਲ ਦੇ ਵਿੱਚ ਵੀ ਭਾਈ ਮੋਹਕਮ ਸਿੰਘ ਰਹੇ ਨੇ ਤੇ ਜਿਹੜੀਆਂ ਪੰਥਕ ਗਤੀਵਿਧੀਆਂ ਕਰਦੇ ਰਹੇ ਨੇ। ਪਰ ਹੁਣ ਜਿਹੜਾ ਹੈ ਕਿ ਉਹਨਾਂ ਦਾ ਝੁਕਾਅ ਇਸ ਪਾਸੇ ਨੂੰ ਹੋ ਗਿਆ ਆ, ਉਹ ਪੰਜਾਬ ਦੇ ਸਿੱਖਾਂ ਦੇ ਉੱਪਰ ਕੀ ਅਸਰ ਪਾਏਗਾ? ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਹੈ, ਜਿਹੜੇ ਸਿੱਖ ਪੰਥ ਨਾਲ ਜੁੜਦੇ ਨੇ, ਉਹ ਕਿੱਧਰ ਨੂੰ ਜਾਣਗੇ? ਦੇਖੋ ਪਹਿਲਾਂ ਮੋਹਕਮ ਸਿੰਘ ਦਾ ਕੀ ਰੋਲ ਰਿਹਾ, ਸੰਤ ਪਿੰਡਰਾਲਾ ਵੇਲੇ ਟਕਸਾਲ ਦਾ ਕੀ ਰੋਲ ਰਿਹਾ, ਹੁਣ ਟਕਸਾਲ ਕੀ ਹੈ? ਅਸੀਂ 35 ਸਾਲ ਬਾਅਦ ਟਕਸਾਲ ਜਿਹੜਾ ਹੋਣਾ ਹੈ, ਟਕਸਾਲ ਵਿਅਕਤੀਆਂ ਨਾਲ ਹੁੰਦੀ ਹੈ। ਜੇ ਸੰਤ ਜਰਨੈਲ ਸਿੰਘ ਪਿੰਡਰਾਲਾ ਕੇ ਵਿਅਕਤੀ ਨਹੀਂ ਸੀਨ ਤੇ, ਤਾਂ ਉਹਦੇ ਪਿੱਛੋਂ ਵਾਲੀ ਟਕਸਾਲ ਤਾਂ ਅਸੀਂ ਕਹਿ ਸਕਦੇ ਹਾਂ ਉਹ ਉਹਨਾਂ ਦੀ ਸਥਾਨ ਹੋਣ ਕਰਕੇ ਤਾਂ ਟਕਸਾਲ ਨਹੀਂ। ਜੇ ਬੰਦੇ ਬਦਲ ਗਏ ਉਹ ਕਿਹਦੇ ਨਾਲ ਜੁੜ ਗਏ ਉਹ ਸਾਰਿਆਂ ਨੂੰ ਪਤਾ, ਉਹਦੇ ਕਹਿਣ ਦੀ ਲੋੜ ਨਹੀਂ ਹੈ। ਇਸ ਕਰਕੇ ਜਿਹੜਾ ਸਾਰਾ ਸ਼ੁਰੂ ਕੀਤਾ ਹੋਇਆ ਕੰਮ ਇੱਥੇ ਅੰਮ੍ਰਿਤਸਰ ਕੱਲ੍ਹ ਉਦਘਾਟਨ ਹੋਇਆ, ਉਹ ਸਾਰੇ ਬੰਦੇ ਆਏ ਆ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਬੀਜੇਪੀ ਨਾਲ ਜੁੜਿਆ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਸੀਂ ਇਸ ਕਿਸਮ ਨਾਲ ਬਰੀ ਨਹੀਂ ਕਰਦੇ, ਨਾ ਕਰਦੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ, ਜਿਹਦੇ ਕੋਲੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਕਬਜ਼ਾ ਹੈ। ਕਿਉਂਕਿ ਜਿਹੜਾ ਸ਼੍ਰੋਮਣੀ ਗੁਰਦੁਆਰਾ ਕਮੇਟੀ ਹੈ, ਸ਼੍ਰੋਮਣੀ ਅਕਾਲੀ ਦਲ ਹਜੇ ਤੱਕ ਵੀ ਬੀਜੇਪੀ ਨਾਲ ਟੁੱਟਿਆ ਨਹੀਂ। ਉਹ ਵੀ 20-30 ਸਾਲ ਤੋਂ 1998 ਤੋਂ ਜਾ ਕੇ ਕਿਤੇ ਕਦੋਂ ਦਾ ਉਹ ਬੀਜੇਪੀ ਨਾਲ ਜੁੜਿਆ ਹੁੰਦਾ, ਉਹ ਵੀ ਬੀਜੇਪੀ ਨਾਲ ਜੁੜੀ ਆ। ਪਰ ਬੀਜੇਪੀ ਨੂੰ ਲੱਗਦਾ ਵੀ ਹੁਣ ਅਕਾਲੀ ਦਲ ਵਿੱਚੋਂ ਮੈਨੂੰ ਉਸ ਕਿਸਮ ਦੀ ਸਿਆਸੀ ਲਾਭ ਨਹੀਂ ਮਿਲਣਾ, ਉਹ ਹੁਣ ਨਵੇਂ ਬੰਦਿਆਂ ਨੂੰ ਸ਼ਿੰਗਾਰ ਰਹੇ, ਨਵੇਂ ਬੰਦਿਆਂ ਨੂੰ ਖੜੇ ਕਰ ਰਹੀ ਆ ਬੀਜੇਪੀ। ਇਸ ਕਰਕੇ ਇਹ ਜਿਹੜਾ ਸਾਰਾ ਕੱਲ੍ਹ ਵਾਲਾ ਦਫ਼ਤਰ ਖੋਲ੍ਹਿਆ, ਇਹ ਅਸੀਂ ਪ੍ਰਚਾਰ ਦੇ ਖਿਲਾਫ ਨਹੀਂ, ਸਿੱਖੀ ਲਹਿਰ ਖੜੀ ਕਰਨੀ ਚਾਹੀਦੀ ਹੈ। ਪਹਿਲੀ ਗੱਲ ਤਾਂ ਜ਼ਿਆਦਾ ਈਸਾਈਆਂ ਦੇ ਖਤਰੇ ਨੂੰ ਲੋੜ ਤੋਂ ਵੱਧ ਵੱਡਾ ਕਰਕੇ ਤੁਸੀਂ ਇੱਥੇ ਇੱਕ ਮਾਹੌਲ ਫੇਰ ਮੁੜ ਕੇ ਇੱਥੇ ਕਨਫਰੰਟ੍ਰੇਸ਼ਨ ਦਾ, ਲੜਾਈ ਦਾ ਮਾਹੌਲ ਖੜਾ ਕਰ ਰਹੇ ਹੋ। ਦੂਜਾ ਇਹ ਹੈ ਵੀ ਤੁਸੀਂ ਜਿਹੜੇ ਕੌਣ ਬਣਦੇ ਹੈਗੇ, ਜੇ ਕਿਤੇ ਜਿਹੜੇ ਦਲਿਤ ਪਰਿਵਾਰਾਂ 'ਚੋਂ ਵੀ ਕੁਛ ਨਾ ਕੁਛ ਕ੍ਰਿਸਚਨ ਬਣਦੇ ਆ, ਜੇ ਬਣਦੇ ਆ ਈਸਾਈ, ਤਾਂ ਤੁਸੀਂ ਦਲਿਤਾਂ ਦੇ ਵਿਰੁੱਧ ਖੜੇ ਕਰਦੇ ਹੋ। ਤੁਸੀਂ ਜੇ ਕੋਈ ਥੋੜ੍ਹੀ ਜਿਹੀ ਤਬਦੀਲੀ ਹੋਈ ਆ ਧਰਮ ਦੀ ਕਿਸੇ ਨੇ ਕੀਤਾ, ਤਾਂ ਤੁਹਾਡੇ ਕਰਕੇ ਵੀ ਹੋਈਆਂ, ਤੁਹਾਡੀਆਂ ਆਪ ਦੀਆਂ ਕਮਜ਼ੋਰੀਆਂ ਵੀ ਹੈ। ਸਿੱਧੂ ਸਾਹਿਬ ਮੈਂ ਤੇ ਮਾਫ਼ ਕਰਨਾ ਕਰਦੇ ਹਾਂ, ਗੱਲ ਚੱਲੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਚੱਲੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਪਹਿਲੋਂ ਪ੍ਰਕਾਸ਼ ਸਿੰਘ ਬਾਦਲ ਰਹੇ ਨੇ, ਪੰਜਾਬ ਦੇ ਮੁੱਖ ਮੰਤਰੀ ਰਹੇ, ਤੇ ਇਹਨਾਂ ਦਾ ਹਮੇਸ਼ਾ ਬੀਜੇਪੀ ਦੇ ਨਾਲ ਨੋ ਮਾਸ ਵਾਲਾ ਰਿਸ਼ਤਾ ਰਿਹਾ ਹੈ। ਤੇ ਹੁਣ ਜਿਹੜੇ ਕਿ ਉਹਨਾਂ ਦੇ ਵਿੱਚੋਂ ਹੀ ਬੰਦੇ ਨਿਕਲ ਕੇ ਬੀਜੇਪੀ ਵੱਲ ਚਲੇ ਗਏ, ਤੇ ਜਿਹੜੇ ਆ ਕਿ ਆਪਸ 'ਚ ਪਾਟੋ ਧਾੜ ਹੋਏ ਨੇ। ਹੁਣ ਇਹ ਸੱਚਮੁੱਚ ਆਪਸ 'ਚ ਇੱਕ ਦੂਜੇ ਦੇ ਵਿਰੁੱਧ ਨੇ ਜਾਂ ਅੰਦਰ ਖਾਤੇ ਕੋਈ ਗੇਮ ਖੇਡੀ ਜਾ ਰਹੀ ਆ, ਉਹਦਾ ਵੀ ਹਜੇ ਕੋਈ ਪੂਰੀ ਤਰ੍ਹਾਂ ਖੁਲਾਸਾ ਨਹੀਂ ਹੈਗਾ। ਤੇ ਕੀ ਜਿਹੜੀ RSS ਹੈਗੀ ਹੈ ਉਹ ਆਪਣੇ ਮਕਸਦ ਵਿੱਚ ਕਾਮਯਾਬ ਹੋ ਰਹੀ ਹੈ? ਕਿਉਂਕਿ ਸਿੱਖਾਂ ਦੇ ਵਿੱਚ ਜਿਹੜੀ ਹੈ ਕਿ ਇਸ ਟਾਈਮ ਦੁਚਿੱਤੀ ਪਈ ਜਾ ਰਹੀ ਆ। ਭਾਈ ਮਾਰੂ ਜਿਹੜੀ ਜੰਗ ਹੈ, ਭਰਾ ਮਾਰੂ ਜੰਗ ਪੂਰੀ ਤਰ੍ਹਾਂ ਜਿਹੜੀ ਆ ਕਿ ਛਿੜੀ ਹੋਈ ਹੈ। ਦੇਖੋ, ਕੋਈ ਅਸੀਂ ਭਰਾ ਮਾਰੂ ਜੰਗ ਨਹੀਂ ਕਹਿ ਸਕਦੇ।
ਕੋਈ ਖੱਬੇ ਦੀ ਕੋਈ ਸੱਜੇ ਦੇ ਪਾਸੇ ਦੀ ਹੋ ਕੇ ਸਾਰੇ ਬੀਜੇਪੀ ਨਾਲ ਹੀ ਜੁੜੇ ਹੋਏ ਆ ਟੇਢੇ ਬਿੰਗੇ ਤਰੀਕੇ ਨਾਲ। ਤੇ ਇਸ ਕਰਕੇ ਸਿੱਖਾਂ ਨੂੰ ਸਭ ਤੋਂ ਵੱਡਾ ਫਿਕਰ ਇਹ ਹੈ ਵੀ ਸਹੀ ਉਹ ਆਪਣਾ ਜੇ ਫਰਜ਼ ਕੀਤਾ ਉਹਨਾਂ ਚੋਂ ਕੁਝ ਬੰਦੇ ਧਰਮ ਛੱਡ ਕੇ ਜਾ ਰਹੇ ਆ ਤਾਂ ਉਹਨਾਂ ਦੇ ਆਪਣੇ ਅੰਦਰ ਝਾਤੀ ਮਾਰਨ, ਉਹਨਾਂ ਦਾ ਧਰਮ ਪ੍ਰਚਾਰ ਕਿਉਂ ਨਹੀਂ, ਜਾਤ ਪਾਤ ਨੂੰ ਕਿਉਂ ਹਜੇ ਤੱਕ ਮੋਢਿਆਂ ਤੇ ਚੁੱਕੀ ਫਿਰਦੇ ਆ ਸਾਰਾ ਸਿੱਖ ਪੰਥ, ਗੱਲ ਨਹੀਂ ਕਰਨ ਦਿੰਦੇ ਕਿਸੇ ਪਾਸੇ ਜਾਤ ਪਾਤ ਦੀ, ਕਿਉਂ ਗਰੀਬ ਦਾ ਗੁਰੂ ਦੀ ਗੋਲ ਗਰੀਬ ਦਾ ਮੂੰਹ, ਤੇ ਇਹ ਸਾਰਾ ਗਰੀਬ ਤੇ ਮਜਲੂਮ ਦੀ ਰੱਖਿਆ ਲਈ ਕਿਉਂ ਨਹੀਂ ਅੱਗੇ ਆਉਂਦੇ। ਇਹਨਾਂ ਨੂੰ ਅਸਾਈ ਦਿਸ ਰਹੇ ਆ, ਅਸਾਈ ਆ ਰਹੇ ਆ, ਧੱਕਾ ਕਰ ਰਹੇ ਆ, ਸਾਡੇ ਅਸਾਈਆਂ ਦੀ ਇੱਥੇ ਕੋਈ ਹੋਂਦ ਨਹੀਂ ਦੇਸ਼ ਦੇ ਵਿੱਚ। ਇਹ ਅਸੀਂ ਮਿਨੋਰਿਟੀ ਨੂੰ ਬਚਾਉਣਾ, ਸਿੱਖ ਧਰਮ ਨੂੰ ਬਚਾਉਣਾ, ਇਹਦਾ ਮਤਲਬ ਕੀ ਹੋਇਆ? ਇਹ ਜੇ ਤੁਸੀਂ ਮਿਨੋਰਿਟੀ ਹੋ, ਛੋਟੀ ਮਿਨੋਰਿਟੀ ਹੋ, ਸਿੱਖਾਂ ਨੂੰ ਚਾਹੀਦਾ ਵੀ ਉਹੋ ਜਿਹੀ ਛੋਟੀ ਮਿਨੋਰਿਟੀ ਇੱਥੇ ਮੁਸਲਮਾਨ ਵੀ ਆ, ਵੱਡੀ ਮਿਨੋਰਿਟੀ ਹੈ, ਉਹ ਕਿਸ ਤਰੀਕੇ ਨਾਲ ਹੁਣ ਜਿਹੜੀ ਅੱਜ ਕੱਲ੍ਹ ਦੀ ਬੀਜੇਪੀ ਰੂਲਿੰਗ ਕਲਾਸ ਹੈ ਉਹ ਉਸ ਨੂੰ ਟਾਰਗੇਟ ਕਰੀ ਜਾ ਰਹੀ ਹੈ। ਤੇ ਕਮ ਸੇ ਕਮ ਇਹ ਜੇ ਮਿਨੋਰਿਟੀ ਸਿੱਖਾਂ ਨੂੰ ਇਹ ਕਿਸੇ ਮਿਨੋਰਿਟੀ ਦੂਜੀਆਂ ਮਿਨੋਰਿਟੀਆਂ ਨਾਲ ਖੜਾ ਹੋਣਾ ਚਾਹੀਦਾ। ਸਾਨੂੰ ਈਸਾਈ ਮਿਨੋਰਿਟੀ ਨਾਲ ਵੀ ਖੜੇ ਹੋਣਾ ਚਾਹੀਦਾ, ਮੁਸਲਿਮ ਮਿਨੋਰਿਟੀ ਨਾਲ ਵੀ ਖੜੇ ਹੋਣਾ ਚਾਹੀਦਾ। ਅਸੀਂ ਉਲਟਾ ਕੰਮ ਬੀਜੇਪੀ ਦਾ ਕਰ ਰਹੇ ਹਾਂ, ਉਹਨਾਂ ਦਾ ਅਸੀਂ ਇੱਕ ਇਨਸਟਰੂਮੈਂਟ, ਉਹਨਾਂ ਦਾ ਹਥਿਆਰ ਬਣ ਕੇ ਅੱਗੇ ਕੰਮ ਕਰ ਰਹੇ ਹਾਂ। ਇਸ ਕਰਕੇ ਕੱਲ੍ਹ ਵਾਲੀ ਜਿਹੜੀ ਸਾਰਾ ਕੁਝ ਹੋ ਰਿਹਾ, ਅਸੀਂ ਨਹੀਂ ਕਿਸੇ ਵਿਅਕਤੀ ਤੇ ਜਾਤੀ ਤੌਰ ਉੱਤੇ ਲਾਂਛਨ ਨਹੀਂ ਲਾਉਣਾ ਚਾਹੁੰਦੇ ਵੀ ਉਹ ਕਿੱਥੇ ਆ ਕੀ ਹੈ, ਪਰ ਜਦ ਕੱਲ੍ਹ ਜਿਹੜੇ ਸਾਰੇ ਇਕੱਠੇ ਹੋਏ ਆ, ਜਿਹੜੇ ਕੱਲ ਮੀਟਿੰਗ ਹੋਈ ਆ, ਉਹਨਾਂ 'ਚੋਂ ਬਹੁਤੇ ਬੰਦੇ ਮੋਦੀ ਦੀ, ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਦੀ ਮੀਟਿੰਗ ਵਿੱਚ ਵੀ ਹਾਜ਼ਰ ਸੀ। ਸਰਚਾਂਦ ਉੱਥੇ ਹਾਜ਼ਰ ਸੀ, ਸਾਰੇ ਜਿਹੜੇ ਬੰਦੇ ਉੱਥੇ, ਕਿੰਨੇ ਬੰਦੇ ਕੱਲ ਦੀ ਜਿਹੜੀ ਫੋਟੋ ਆ ਉਹ ਸਾਰੇ ਬੰਦੇ ਉੱਥੇ ਹਾਜ਼ਰ ਸੀ। ਆਲ ਇੰਡੀਆ ਸਿਟੀਜ਼ਨ ਫੈਡਰੇਸ਼ਨ ਦੇ ਭਾਈ ਆਪਣਾ ਮਨਜੀਤ ਸਿੰਘ ਭੋਮਾ ਜਿਹੜੇ ਸਾਰੇ ਉੱਥੇ ਹਾਜ਼ਰ ਸੀ। ਉਹ ਹੁਣ ਇੱਥੇ ਆ ਕੇ ਖੋਲ ਰਹੇ ਆ। ਇਹ ਕੋਈ ਸ਼ੱਕ ਆ ਕਿਸੇ ਨੂੰ? ਇਹ ਸ਼ੱਕ ਕਿਸੇ ਨੂੰ ਨਹੀਂ ਹੈ ਵੀ ਕੌਣ ਇਹ ਬੰਦੇ ਆ, ਕਿਉਂ ਇੱਥੇ ਖੋਲ ਰਹੇ ਆ। ਇਹ ਸਾਰਾ ਕੁਝ ਬਿਲਕੁਲ ਕਲੀਅਰ ਹੈ। ਇਸ ਕਰਕੇ ਸਿੱਖਾਂ ਨੂੰ ਇਸ ਗੱਲ ਤੋਂ ਚੁਕੰਨੇ ਰਹਿਣਾ ਚਾਹੀਦਾ। ਇਸ ਕਿਸਮ ਦੀਆਂ ਇਹ ਸਿਆਸੀ ਸਾਜ਼ਿਸ਼ ਹੈ। ਦੂਜੀ ਸਿਆਸੀ ਸਾਜ਼ਿਸ਼ ਇਸ ਕਰਕੇ ਵੀ ਕਰ ਰਹੇ ਆ ਵੀ ਇਲੈਕਸ਼ਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਆਉਣ ਵਾਲੇ ਆ, ਪ੍ਰੋਸੈਸ ਸ਼ੁਰੂ ਹੋਇਆ, ਬੇਸ਼ੱਕ 4 ਮਹੀਨੇ ਲੱਗ ਜਾਣ, 6 ਲੱਗ ਜਾਣ, ਸਾਲ ਲੱਗ ਜਾਣ, ਇਸ ਕਰਕੇ ਇਹ ਆਪਦਾ ਅੱਡਾ ਅੰਮ੍ਰਿਤਸਰ 'ਚ ਬਣਾਉਣਾ ਚਾਹੁੰਦੇ ਆ। ਤੇ ਕੁਛ ਇਹ ਇਲੈਕਸ਼ਨ ਵਾਲੇ ਪਾਸੇ ਦੀ ਵੀ, ਇਸ ਕਰਕੇ ਇਹਨਾਂ ਦਾ ਡਬਲ ਪਰਪਸ ਹੈ, ਦੂਰਾ ਮੰਤਵ ਹੈ। ਇੱਕ ਪਾਸੇ ਤਾਂ ਬੀਜੇਪੀ ਦਾ ਅੰਦਰੋਂ ਅੰਦਰ ਹੀ ਬੀਜੇਪੀ ਪੱਖੀ ਸਿੱਖਾਂ ਨੂੰ ਕਰਨਾ, ਆਰਐਸਐਸ ਪੱਖੀ ਸਿੱਖਾਂ ਨੂੰ ਕਰਨਾ, ਜਾਣਬੁੱਝ ਕੇ ਈਸਾਈਆਂ ਵਿਰੁੱਧ ਖੜਾ ਕਰਨਾ, ਜਿਹੜੇ ਕਿ ਨਾਨ ਐਗਜ਼ਿਸਟੈਂਸ ਹੈ, ਉਹਨਾਂ ਦਾ ਕੋਈ ਥ੍ਰੈਟ ਐਗਜ਼ਿਸਟ ਹੀ ਨਹੀਂ ਕਰਦਾ, ਕੋਈ ਡਰ ਉਹਨਾਂ ਦਾ ਐਗਜ਼ਿਸਟ ਹੀ ਨਹੀਂ ਕਰਦਾ। ਜੇ ਹੁਣ ਕੱਲ੍ਹ ਨੂੰ ਮੁਸਲਮਾਨਾਂ ਵਿਰੁੱਧ ਜਿਵੇਂ ਪਾਕਿਸਤਾਨ ਵਿਰੁੱਧ ਕਰੀ ਜਾਂਦੇ ਰਹਿੰਦੇ, ਇਹ ਸਾਰੇ ਕੁਛ ਸਿਆਸੀ ਪ੍ਰਪੰਚ ਹੈ, ਉਹ ਖੇਡੇ ਜਾਂਦੇ ਆ ਤਾਂ ਕਿ ਇਹ ਸਾਰੇ ਬੰਦੇ ਸਾਡੇ ਪਿੱਛੇ ਰਹਿਣ। ਤੇ ਇਸ ਕਰਕੇ ਜੇ ਤੁਸੀਂ ਹਵਾ ਵਿੱਚੋਂ ਹੀ ਕੋਈ ਇਹੋ ਜਿਹਾ ਗੋਸਟ ਜਾਂ ਭੂਤ ਪ੍ਰੇਤ ਲੱਭਦੇ ਹੋ ਡਰਾਉਣ ਲਈ, ਉਹ ਤੁਸੀਂ ਉਸ ਦਾ, ਇਹ ਸਭ ਬੰਦੇ ਜਾਣਬੁੱਝ ਕੇ ਉਸ ਦਾ ਹਥਿਆਰ ਬਣ ਰਹੇ ਆ। ਇਹਨਾਂ ਨੂੰ ਸਭ ਨੂੰ ਪਤਾ ਵੀ ਇਹਦੇ ਪਿੱਛੇ ਸਾਜ਼ਿਸ਼ ਕੀ ਹੈ। ਤੇ ਇਸ ਕਰਕੇ ਜੇ ਕੋਈ ਨਹੀਂ ਬੋਲਦਾ ਤਾਂ ਉਹ ਇੱਕ ਬੀਜੇਪੀ ਦਾ ਇੱਕ ਵੱਡੀ ਤਾਕਤ ਹੈ, ਉਹਦੇ ਕਰਕੇ ਨਹੀਂ ਬੋਲਦੇ। ਤੇ ਮੈਂ ਖਾਸ ਕਰਕੇ ਜਿਹੜੇ ਸਾਡੇ ਬੁੱਧੀਜੀਵੀ ਲੋਕ ਹੈ ਉਹਨਾਂ ਨੂੰ ਬੇਨਤੀ ਕਰਦੇ ਆ ਕੇਂਦਰੀ ਸਿੰਘ ਸਭਾ ਵੱਲੋਂ ਵੀ ਤੁਸੀਂ ਚੁਕੰਨੇ ਹੋਵੋ, ਇਹ ਜਿਹੀਆਂ ਸਾਜ਼ਿਸ਼ਾਂ ਦਾ ਆਪਣੇ ਆਪਣੇ ਪੱਧਰ ਉੱਤੇ ਜ਼ਰੂਰ ਜਵਾਬ ਦਿਓ। ਸਿੱਧੂ ਸਾਹਿਬ ਵੀ ਆਪਣਾ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਕਿਹਾ ਕਿ ਜੇਕਰ ਦਿੱਲੀ ਕਮੇਟੀ ਈਰਖਾ ਨਾਲ ਪੰਜਾਬ ਦੇ ਵਿੱਚ ਪ੍ਰਚਾਰ ਕਰਨ ਆਈ ਹੈ ਤਾਂ ਫਿਰ ਉਹ ਚੰਗੀ ਗੱਲ ਨਹੀਂ ਹੈ। ਸੋ ਇਸ ਤੋਂ ਤੁਸੀਂ ਕੀ ਸਮਝਦੇ ਹੋ, ਕੀ ਕਹਿੰਦੇ ਹੋ? ਵੇਖੋ, ਪ੍ਰਚਾਰ ਤਾਂ ਦਿੱਲੀ 'ਚ ਵੀ ਨਹੀਂ ਹੈ। ਦਿੱਲੀ 'ਚ ਸਿੱਖ ਘਟੇ ਆ, ਵਧੇ ਤਾਂ ਹੈ ਨਹੀਂ। ਦਿੱਲੀ 'ਚ ਉੱਥੇ ਪ੍ਰਚਾਰ ਕਰਨ ਖਾ ਜਾ ਕੇ, ਦਿੱਲੀ ਦੇ ਨਾਲ ਲੱਗਦੇ ਬਹੁਤ ਗਰੀਬ ਇਲਾਕੇ ਆ ਜਿਹਦੇ 'ਚ ਕਬੀਰ ਪੰਥੀ ਸੀ, ਨਾਨਕ ਪੰਥੀ ਲੋਕ ਸੀ, ਸਾਰੇ ਆਲੇ ਦੁਆਲੇ ਦਿੱਲੀ ਦੇ ਆਲੇ ਦੁਆਲੇ ਨਾਨਕ ਲੇਵਾ ਲੋਕ ਸੀ ਬਹੁਤ ਜ਼ਿਆਦਾ। ਤੁਸੀਂ ਉਹਨਾਂ ਨੂੰ ਸਿੱਖ ਬਣਾਉਣ ਦੇ ਪਾਸੇ ਉਧਰ ਪ੍ਰਚਾਰ ਕਰੋ ਹਾਂ ਜਾ ਕੇ। ਇੱਥੇ ਤੁਸੀਂ ਰੋਕਣ ਆਏ ਹੋ, ਇੱਥੇ ਐਸਜੀਪੀਸੀ ਕਰ ਰਹੀ ਹੈ, ਲੋਕ ਕਰ ਰਹੇ, ਸਿੱਖਾਂ ਦਾ ਇੱਥੇ ਕਨਸੈਂਟਰੇਸ਼ਨ ਹੈ, ਸਿੱਖਾਂ ਦੀ ਬਹੁਤ ਗਿਣਤੀ ਹੈ ਪੰਜਾਬ ਦੇ ਵਿੱਚ, ਅੰਮ੍ਰਿਤਸਰ ਇਲਾਕੇ 'ਚ। ਇਸ ਇਲਾਕੇ ਵਿੱਚ ਸਿੱਖਾਂ ਦੇ ਉੱਤੇ ਇਹਨਾਂ ਦਾ ਈਸਾਈਆਂ ਦਾ ਖਤਰਾ ਕਿਵੇਂ ਹੋਊਗਾ, ਕਿਵੇਂ ਬਣਨਗੇ? ਤੁਸੀਂ ਉੱਥੇ ਕਰੋ ਜਿੱਥੇ ਜਾ ਕੇ ਟਰਾਈਬਲ ਦੇ ਵਿੱਚ ਉਹਨਾਂ 'ਚ ਕੰਮ ਕਰੋ, ਜਿਹੜੇ ਆਦਿਵਾਸੀ ਜਿਨ੍ਹਾਂ ਦਾ ਕੋਈ ਰਿਲੀਜਨ ਨਹੀਂ। ਬਾਕੀ ਕਬੀਰ ਪੰਥੀ ਅਲੀਗੜ੍ਹ ਤੱਕ ਦੀ ਸਾਰੀ ਬੈਲਟ ਪਈ ਹੈ ਦਿੱਲੀ ਤੋਂ ਲੈ ਕੇ, ਉਹਨਾਂ 'ਚ ਕੰਮ ਕਰਨ। ਜਾਣਬੁੱਝ ਕੇ ਇੱਥੇ ਆ ਕੇ ਉਹਨਾਂ ਦੇ ਵਿੱਚ ਬੈਠੇ ਆ। ਇਸ ਕਰਕੇ ਸਾਜ਼ਿਸ਼ ਹੈ ਇਹ, ਆਫਿਸ ਖੋਲ੍ਹਣਾ ਵੀ ਸਾਜ਼ਿਸ਼ ਹੈ। ਤੇ ਸਾਰੇ ਬੰਦੇ ਬੀਜੇਪੀ ਦੇ ਨਾਲ ਜੁੜੇ ਹੋਏ ਬੰਦੇ ਆ। ਤੇ ਇਹਨਾਂ ਤੋਂ ਇਸ ਕਰਕੇ ਤੇ ਉੱਥੋਂ ਸਿੱਖਾਂ ਨੂੰ ਚੁਕੰਨੇ ਰਹਿਣਾ ਚਾਹੀਦਾ। ਸਿੱਧੂ ਸਾਹਿਬ, ਜੇ ਪੰਥਕ ਨਜ਼ਰ ਦੇ ਨਾਲ ਅਸੀਂ ਦੇਖੀਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਾਰੇ ਪ੍ਰਚਾਰ ਕਰਦੀ ਹੈ, ਜਿਹਦਾ ਕੰਮ ਹੈ ਸਿੱਖੀ ਨੂੰ ਸੰਭਾਲਣਾ,
ਤੇ ਦੂਜੇ ਪਾਸੇ ਅਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਤੇ ਉਹਦਾ ਕੰਮ ਹੈ ਵੀ ਆਪਣੇ ਇਲਾਕੇ 'ਚ ਦਿੱਲੀ ਦੇ ਵਿੱਚ ਸਿੱਖਾਂ ਨੂੰ ਜਿਹੜਾ ਕਿ ਗੁਰੂ ਦੇ ਨਾਲ ਜੋੜਨਾ, ਸਿੱਖੀ ਦੇ ਨਾਲ ਜੋੜਨਾ ਹੈ। ਪਰ ਜੇ ਅਸੀਂ ਦੇਖੀਏ ਪੰਜਾਬ ਦੇ ਵਿੱਚ ਨੌਜਵਾਨ ਪਤਿਤ ਹੁੰਦੇ ਜਾ ਰਹੇ ਨੇ ਤੇ ਦਿੱਲੀ ਦੇ ਵਿੱਚ ਵੀ ਜਿਹੜੀ ਆ ਸਿਰਾਂ ਦੀਆਂ ਦਸਤਾਰਾਂ ਨੇ ਉਹ ਲੋਕ ਨੌਜਵਾਨ ਛੱਡਦੇ ਜਾ ਰਹੇ ਨੇ ਕਿ ਉਹ ਦਸਤਾਰ ਬੰਨਣੀ ਭੁੱਲਦੇ ਜਾ ਰਹੇ ਨੇ ਤੇ ਇੱਕ ਟੋਪੀ ਟਾਈਪ ਜਿਹੜੀ ਆ ਸਿਰਾਂ ਤੇ ਪਟਕੀਆਂ ਰੱਖ ਕੇ ਤੇ ਉਹ ਘੁੰਮਦੇ ਨੇ। ਸੋ ਨਲਾਇਕੀ ਤਾਂ ਦੋਨੇ ਪਾਸਿਓਂ ਰਹੀ ਹੈ। ਦੇਖੋ ਫਿਰ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਦੇਖੋ ਪਹਿਲੀ ਗੱਲ ਤਾਂ ਇਹ ਦੋਨੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਇਹ ਫੰਡ ਜਾਂ ਜਿਹੜੇ ਸਿੱਖਾਂ ਦੇ ਗੁਰਦੁਆਰਿਆਂ ਦੇ ਅਰੇਂਜਮੈਂਟ ਹੈ ਉਹਨਾਂ ਨੂੰ ਮੈਨੇਜ ਕਰਨ ਲਈ ਹੈ, ਉਹਨਾਂ ਦੇ ਬੰਦੋਬਸਤ ਕਰਨ ਲਈ ਹੈ। ਇਹ ਧਰਮ ਪ੍ਰਚਾਰ ਦੀਆਂ ਦੋਨੋਂ ਹੀ ਕਮੇਟੀਆਂ ਨਹੀਂ, ਨਾ ਤਾਂ ਇਹਨਾਂ ਦਾ ਧਰਮ ਪ੍ਰਚਾਰ ਕੋਈ ਬਹੁਤ ਵੱਡਾ ਕੀਤਾ ਕੰਮ ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਅੰਮ੍ਰਿਤਸਰ ਨੇ, ਤੇ ਨਾ ਉਹਨਾਂ ਦਾ ਦਿੱਲੀ ਵਾਲਿਆਂ ਦਾ ਕੰਮ ਹੈ। ਦੋਨੋਂ ਪ੍ਰਬੰਧ ਦੇ ਕੰਮ ਕਰਦੀਆਂ, ਨਾਲ ਦੋਨੋਂ ਪੋਲੀਟਿਕਸ ਕਿਸੇ ਹੋਰ ਦੀ ਕਰੀ ਜਾਂਦੀਆਂ। ਇਹਨਾਂ ਨੇ ਵੀ ਕੀਤੀ ਹੈ ਹੁਣ ਤੱਕ ਜਿਹੜੇ ਅਕਾਲ ਤਖਤ ਦੇ ਜਥੇਦਾਰ ਹੈ ਉਹਦੀ ਜਿਹੜੀ ਲਾਈਨ ਜਿਹੜੀ ਹੁੰਦੀ ਹੈ ਸਾਰੀ ਉਹ ਬੀਜੇਪੀ ਦੇ ਲਾਈਨ ਦੇ ਨੇੜੇ ਤੇੜੇ ਹੁੰਦੀ ਹੈ। ਉਹਦਾ ਸਾਰਾ ਕੁਝ ਜਾ ਕੇ ਹੁਣ ਜੇ ਅਕਾਲ ਤਖਤ ਦਾ ਜਥੇਦਾਰ ਹੁਣ ਜਾ ਕੇ ਦਿੱਲੀ ਦੇ ਵਿੱਚ ਆਰਐਸ ਦਿੱਲੀ ਦੇ ਵਿੱਚ ਜਾਂ ਯੂਪੀ ਦੇ ਵਿੱਚ ਚੀਫ ਮਿਨਿਸਟਰ ਯੋਗੀ ਨੂੰ ਉਸ ਨੂੰ ਜਾ ਕੇ ਸਰੋਪੇ ਪਾ ਰਿਹਾ, ਉਹਨਾਂ ਦੇ ਨਾਲ ਮਿਲ ਰਿਹਾ, ਤਾਂ ਕਿਹੜੀ ਪੋਲੀਟਿਕਸ ਪਲੇ ਕਰ ਰਿਹਾ? ਸਿੱਖਾਂ 'ਚ ਤਾਂ ਨਹੀਂ ਕਰ ਰਿਹਾ, ਬਹੁ ਗਿਣਤੀ ਦੀ ਕਰ ਰਿਹਾ। ਤੁਸੀਂ ਜੋ ਉਹੀ ਬਹੁ ਗਿਣਤੀ ਹੈ ਜਿਹਨੇ 84 ਵਰਤਾਇਆ ਸੀ ਤੁਹਾਡੇ ਤੇ, ਜਿਨ੍ਹਾਂ ਨੇ ਨਵੰਬਰ 84 ਵੀ ਵਰਤਾਇਆ ਸੀ ਤੇ ਦਰਬਾਰ ਸਾਹਿਬ ਉੱਤੇ ਹਮਲਾ ਵੀ ਕੀਤਾ ਸੀ, ਉਹ ਬਹੁ ਗਿਣਤੀ ਸੀਗੀ ਸਾਰੀ। ਉਹ ਵੱਡੀ ਇੱਥੋਂ ਦੀ ਜਿਹੜੀ ਬਹੁ ਗਿਣਤੀ ਉਸ ਵੱਲੋਂ ਵੀ ਆਇਆ ਸੀ, ਮੁਸਲਮਾਨਾਂ ਵੱਲੋਂ ਤਾਂ ਨਹੀਂ ਸੀ ਆਇਆ, ਨਾ ਈਸਾਈਆਂ ਵੱਲੋਂ ਹਮਲਾ ਹੋਇਆ ਸੀ। ਇਸ ਕਰਕੇ ਤੁਸੀਂ ਉਸੇ ਲਾਈਨ ਦੇ ਵਿੱਚ ਹੀ ਫੇਰ ਤੁਰੇ ਫਿਰਦੇ ਹੋ। ਇਸ ਕਰਕੇ ਸਿੱਖਾਂ ਨੂੰ ਇਹਨਾਂ ਤੋਂ ਦੋਨਾਂ ਤੋਂ ਕੋਈ ਬਹੁਤੀ ਉਮੀਦ ਨਹੀਂ। ਇਸੇ ਕਰਕੇ ਅਸੀਂ ਦਿੱਲੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲ ਪੁਰਾਣਾ ਜਿਹੜਾ ਐਕਟ ਹੈ ਅਸੀਂ ਉਹਦੇ 'ਚ ਤਬਦੀਲੀ ਚਾਹੁੰਦੇ ਹਾਂ, ਉਹਦੇ 'ਚ ਵੱਡੀ ਅਮੈਂਡਮੈਂਟ ਚਾਹੁੰਦੇ ਹਾਂ। ਬੇਸਿਕਲੀ ਤਾਂ ਉਹ ਸਕ੍ਰੈਪ ਹੋਣ ਵਾਲਾ, ਟੋਟਲ ਖਤਮ ਹੋਣ ਵਾਲਾ। ਚਲੋ ਟੋਟਲ ਖਤਮ ਨਾ ਹੋਵੇ ਫਿਲਹਾਲ, ਹੁਣ ਤਾਂ ਸਾਡਾ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦਾ ਅਧਿਕਾਰ ਹੈ ਜਿਹੜਾ ਉਹ ਦਿੱਲੀ ਕੋਲ ਹੈ, ਹੋਮ ਮਿਨਿਸਟਰੀ ਕੋਲ ਹੈ। ਇਹਦਾ ਮਤਲਬ ਹੈ ਵੀ ਸਿੱਖਾਂ ਦਾ ਪੰਥ ਗੁਲਾਮ ਹੈ ਹੋਮ ਮਿਨਿਸਟਰੀ ਦੇ। ਉਹ ਜਦੋਂ ਚਿੱਤ ਕਰਦਾ ਇਲੈਕਸ਼ਨ ਕਰਾ ਲੈਂਦੇ ਆ, ਚਿੱਤ ਕਰਦਾ ਨਹੀਂ ਕਰਾਉਂਦੇ। 10-10 12-12 ਸਾਲ ਇਲੈਕਸ਼ਨ ਨਹੀਂ ਹੁੰਦੀ। ਇਹ ਸਾਰਾ ਔਨ ਰਿਕਾਰਡ ਹੈ। ਹੁਣ ਵਾਲੀ ਚੋਣ ਵੀ 2011 ਦੀ ਹੋਈ ਵੀ ਹੈ ਤੇ ਕਈ ਸਾਲ ਹੋ ਗਏ, ਕੋਈ ਕੋਰਟ ਦਾ ਬਹਾਨਾ ਕਦੇ ਕਿਸੇ ਦਾ। ਤੇ ਇਸ ਕਰਕੇ ਉਹੀ ਅਕਾਲ ਤਖਤ ਦੇ ਜਥੇਦਾਰ ਨੂੰ ਚੁਣਦੀ ਹੈ ਸ਼੍ਰੋਮਣੀ ਕਮੇਟੀ। ਇਸ ਕਰਕੇ ਨਾ ਸ਼੍ਰੋਮਣੀ ਕਮੇਟੀ ਆਜ਼ਾਦ ਹੈ ਤੇ ਨਾ ਉਹਦਾ ਅਪੁਆਇੰਟ ਕੀਤਾ ਹੋਇਆ, ਉਹਦਾ ਥਾਪਿਆ ਹੋਇਆ ਅਕਾਲ ਤਖਤ ਦਾ ਜਥੇਦਾਰ। ਤੇ ਇਸ ਕਰਕੇ ਇਹ ਸਾਰੀ ਇਸੇ ਕਰਕੇ ਸਿੱਖ ਪੰਥ ਆਜ਼ਾਦ ਨਹੀਂ ਹੈ। ਇਸ ਕਰਕੇ ਸਾਨੂੰ ਸਹੀ ਗੱਲ 'ਚ ਸਾਰੇ ਨੂੰ ਸਮੁੱਚੇ ਪਰਿਪੇਖ ਦੇ ਵਿੱਚ ਦੇਖਣਾ ਸਮਝਣਾ ਚਾਹੀਦਾ ਹਾਲਾਤ ਕੀ ਹੈ। ਤੇ ਇਹੋ ਜਿਹੇ ਜਿਹੜੇ ਡਰਾਮੇਬਾਜ਼ੀਆਂ ਕਰ ਰਹੇ ਆ ਸਾਰੇ, ਧਰਮ ਪ੍ਰਚਾਰ ਕਰਨਗੇ, ਧਰਮ ਪ੍ਰਚਾਰ ਨਹੀਂ ਕਰਨਗੇ, ਇਹ ਸਿਆਸਤ ਕਰਨਗੇ ਇੱਥੇ। ਇਹਦੇ ਬਾਰੇ ਸਾਨੂੰ ਚੁਕੰਨੇ ਰਹਿਣਾ ਚਾਹੀਦਾ। ਸਿੱਧੂ ਸਾਹਿਬ ਵੀ ਇਹ ਦੋਨੋਂ ਧਿਰਾਂ ਨੂੰ ਦੇਖਦੇ ਹੋਏ ਜੇ ਅਸੀਂ ਅੱਗੇ ਗੱਲ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ, ਤੇ ਉਹਦੇ ਵਿੱਚ ਜਿਹੜੀ ਆ ਕਿ ਲੰਮੇ ਸਮੇਂ ਤੋਂ ਇੱਕ ਧਿਰ ਬਾਦਲ ਧਿਰ ਜਿਹਨਾਂ ਨੂੰ ਅਸੀਂ ਕਹਿੰਦੇ ਆ ਕਿ ਉਹਨਾਂ ਦਾ ਕੁੜਮਾ ਜਿਹੜਾ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਕਾਬਜ਼ ਹੈ, ਤੇ ਦੂਜੇ ਪਾਸੇ ਦਿੱਲੀ ਕਮੇਟੀ ਦੇ ਉੱਪਰ ਜਿਹੜੀ ਆ ਕਿ ਬੀਜੇਪੀ ਆਪਣਾ ਜਿਹੜਾ ਅਸਰ ਸੁਖ ਦੇ ਨਾਲ ਉਸ ਤੋਂ ਕੰਮ ਲੈ ਰਹੀ ਹੈ। ਤੇ ਫਿਰ ਜਦੋਂ ਚੋਣਾਂ ਹੋਣਗੀਆਂ ਤੇ ਉਦੋਂ ਪੰਜਾਬ ਦਾ ਮਾਹੌਲ ਕਿਹੋ ਜਿਹਾ ਹੋਊਗਾ? ਸਿੱਖ ਕਿਸ ਤਰ੍ਹਾਂ ਦੇ ਤਰੀਕੇ ਨਾਲ ਆਪਣੇ ਆਪ ਨੂੰ ਸੰਭਾਲਣਗੇ? ਜਿਵੇਂ ਕਿ ਤੁਸੀਂ ਹੁਣੀ ਗੱਲ ਕੀਤੀ ਹੈ ਕੇਂਦਰੀ ਸਿੰਘ ਸਭਾ ਵੱਲੋਂ ਵੀ ਇਹਨਾਂ ਦੀਆਂ ਸਾਜ਼ਿਸ਼ਾਂ 'ਚੋਂ ਬਚਣ ਦੇ ਲਈ ਹਰ ਸਿੱਖ ਨੂੰ ਤਿਆਰ ਰਹਿਣਾ ਚਾਹੀਦਾ। ਦੇਖੋ ਪਹਿਲਾਂ ਤਾਂ ਸਿੱਖਾਂ ਨੂੰ ਸਮਝਣਾ ਚਾਹੀਦਾ ਵੀ ਇਲੈਕਸ਼ਨ ਸਿਸਟਮ ਗਲਤ ਹੈ। ਗੁਰਦੁਆਰਾ ਕਮੇਟੀ ਜਿਹੜਾ ਸਿੱਖਾਂ ਨੇ ਜਦੋਂ ਗੁਰਦੁਆਰੇ ਆਜ਼ਾਦ ਕੀਤੇ 1920 ਦੇ ਵਿੱਚ, ਤੇ ਸਿੱਖਾਂ ਨੇ ਆਪਣੀ ਕਮੇਟੀ ਬਣਾਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਇਹ ਸਰਕਾਰ ਦੇ ਕੋਈ ਐਕਟ ਨਹੀਂ ਸੀ, ਉਹ ਆਪ ਚੋਣ ਕੀਤੀ। 3 ਸਾਲ ਉਹ ਆਪਦੇ ਲੈਵਲ ਤੇ ਕੰਮ ਕਰਦੀ ਰਹੀ। ਫਿਰ ਉਸ ਵੇਲੇ ਦੇ ਅੰਗਰੇਜ਼ੀ ਸਰਕਾਰ ਨੂੰ ਇਹ ਲੱਗਿਆ ਵੀ ਇਹ ਤਾਂ ਆਜ਼ਾਦ ਹੋ ਜਾਣਗੇ ਬਿਲਕੁਲ ਸਿੱਖ, ਤੇ ਬਗਾਵਤ ਕਰ ਦੇਣਗੇ। ਉਹਨਾਂ ਨੇ ਕੁਛ ਹਿੱਸਾ ਵਿੱਚੋਂ ਤੋੜ ਕੇ, ਕੁਛ ਸਿੱਖਾਂ ਦਾ ਲੀਡਰਸ਼ਿਪ 'ਚੋਂ ਤੋੜ ਕੇ ਇਹ ਐਕਟ ਬਣਵਾਤਾ। ਐਕਟ ਨੂੰ ਫਿਰ ਵੀ ਸਿੱਖਾਂ ਨੇ ਮੰਨਿਆ ਨਹੀਂ ਸੀ। ਇੱਕ ਹਿੱਸਾ ਕੈਦ ਜੇਲ੍ਹ 'ਚ ਰਿਹਾ ਵੀ ਅਸੀਂ ਐਕਟ ਨੂੰ ਨਹੀਂ ਮੰਨਦੇ, ਤੇ ਇੱਕ ਹਿੱਸਾ ਮੰਨ ਕੇ ਸਰਕਾਰ ਨਾਲ ਆ ਗਿਆ ਸੀ। ਤੇ ਇਹ ਸਾਰਿਆਂ ਨੂੰ ਪਤਾ ਹੈ ਵੀ ਇਹ ਸਾਰਾ ਜਿਹੜਾ ਹੈ, ਇਹ ਜਿਹੜਾ ਸਿਸਟਮ ਹੈ ਸ਼੍ਰੋਮਣੀ ਕਮੇਟੀ ਦਾ, ਇਹ ਸਾਰਾ ਸਿੱਖ ਪੰਥ ਨੂੰ ਪ੍ਰਵਾਨਿਤ ਨਹੀਂ ਹੈ ਸਿਸਟਮ। ਤੇ ਨਾ ਹੀ ਸਾਨੂੰ ਇਹ ਸ਼੍ਰੋਮਣੀ ਗੁਰਦੁਆਰਾ ਐਕਟ 1925 ਵਾਲਾ ਪ੍ਰਵਾਨਿਤ ਹੈ। ਉਹ ਸਾਡੇ ਤੇ ਥੋਪਿਆ ਗਿਆ ਸੀ ਅੰਗਰੇਜ਼ਾਂ ਨੇ।
ਤੇ ਬੜੀ ਹੈਰਾਨੀ ਦੀ ਗੱਲ ਹੈ 100 ਸਾਲ ਹੋ ਗਿਆ ਅਸੀਂ ਆਜ਼ਾਦ ਹੋ ਗਏ ਆ। ਆਜ਼ਾਦ ਹੋਣ ਦੇ ਪਿੱਛੋਂ ਵੀ ਇਹੀ ਚੱਲਿਆ ਆ ਰਿਹਾ। 75 ਸਾਲ ਤਾਂ ਆਜ਼ਾਦ ਹੋਇਆ ਨੂੰ ਹੋ ਗਏ। ਤਾਂ ਇਸ ਕਰਕੇ ਸਾਨੂੰ ਸਾਡੀ ਬਦਤਰ ਹੈ ਇੱਕ ਛੋਟੀ ਜਿਹੀ ਮਿਨੋਰਿਟੀ ਹੋਵੇ, 1.5 2 ਪੌਣੇ 2% ਪਾਪੂਲੇਸ਼ਨ ਹੋਵੇ ਤੇ ਉਹਦਾ ਜਿਹੜਾ ਕੰਟਰੋਲ ਹੋਵੇ ਉਹ ਇੱਕ ਕਿਸੇ ਵੱਡੇ ਸਰਕਾਰ ਦੀ ਹੱਥ 'ਚ ਹੋਵੇ। ਤਾਂ ਇਸ ਕਰਕੇ ਸਾਨੂੰ ਸਾਰਾ ਕੁਝ ਸਮਝ ਕੇ ਕਰਨਾ ਪਊ। ਅਸੀਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਇਹ ਨਹੀਂ ਆ ਵੀ ਬਾਦਲ ਲਾ ਕੇ ਤੁਸੀਂ ਆ ਜਾਓ, ਅਸੀਂ ਇਸ ਦੀ ਵਕਾਲਤ ਨਹੀਂ ਕਰਦੇ। ਅਸੀਂ ਕਹਿੰਦੇ ਆ ਵੀ ਇਹਦੇ 'ਚ ਵੱਡੀਆਂ ਤਬਦੀਲੀਆਂ ਕਰਨ ਦੇ ਏਜੰਡੇ ਉੱਤੇ ਇਲੈਕਸ਼ਨ ਲੜੋ, ਉਸ ਏਜੰਡੇ ਤੇ ਚੋਣ ਲੜਨੀ ਚਾਹੀਦੀ ਹੈ। ਬਿਲਕੁਲ ਸਿੱਧੂ ਸਾਹਿਬ ਵੀ ਆਪਣਾ ਸਮਾਂ ਹੋ ਗਿਆ ਹੈ ਤੇ ਪਰ ਜਾਂਦੇ ਜਿਹੜੇ ਆ ਕਿ ਪੰਥਕ ਨਜ਼ਰੀਏ ਨੂੰ ਆਪਣਾ ਦੇ ਰਾਹੀਂ ਜਿਹੜੀ ਆ ਕਿ ਕੇਂਦਰੀ ਸਿੰਘ ਸਭਾ ਦਾ ਜਿਹੜਾ ਸੁਨੇਹਾ ਆ ਉਹਨੂੰ ਜ਼ਰੂਰ ਤੁਸੀਂ ਦਿਓ ਤਾਂ ਜੋ ਲੋਕ ਜਿਹੜੇ ਆ ਕਿ ਸੁਚੇਤ ਹੋ ਸਕਣ ਇਹਨਾਂ ਦੋਹਾਂ ਦੀਆਂ ਸਾਜ਼ਿਸ਼ਾਂ। ਪਹਿਲੀ ਗੱਲ ਤਾਂ ਇਹ ਡਬਲ ਸਟੈਂਡਰਡ ਹੈ। ਸਿੱਖਾਂ ਨੂੰ ਹਥਿਆਰ ਬਣਾ ਕੇ ਹੁਣ ਸਰਕਾਰ ਵਰਤ ਰਹੀ ਹੈ ਆਹ ਅਸਾਈ ਦਾ ਮਸਲਾ ਲੈ ਕੇ। ਕੋਈ ਅਸਾਈਆਂ ਦਾ ਛੋਟਾ ਮੋਟਾ ਪ੍ਰੋਗਰਾਮ ਹੈ, ਉਹ ਸਾਨੂੰ ਧਰਮ ਲੈਵਲ ਤੇ ਧਿਆਨ ਰੱਖਣਾ ਚਾਹੀਦਾ, ਪਰਿਵਰਤਨ ਨਾ ਹੋਵੇ। ਪਰ ਜਿਹੜੀ ਅਸੀਂ ਮੁਹਿੰਮ ਬਣਾ ਕੇ ਜਿਹੜੀ ਡਰ ਹੈ ਨਹੀਂ, ਅਸੀਂ ਉਹਦੇ ਪਿੱਛੇ ਪਏ ਹੋਏ ਹਾਂ। ਤੇ ਇਸ ਕਰਕੇ ਅਸੀਂ ਇਸ ਸਿਆਸਤ ਤੋਂ ਬਚਣਾ ਚਾਹੀਦਾ। ਤੇ ਅਸੀਂ ਇਸ ਕਰਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਨੂੰ ਇਹੋ ਜਿਹਾ ਬੰਦੋਬਸਤ ਕਰਨਾ ਚਾਹੀਦਾ ਜਿਹਨੂੰ ਅਸੀਂ ਸਿੱਖ ਸ਼ਬਦ ਮੁਹਾਵਰੇ ਵਿੱਚ ਅਸੀਂ ਪੰਥਕ ਕਮੇਟੀ ਬਣਾਉਣਾ ਚਾਹੁੰਦੇ ਹਾਂ। ਇਹੋ ਜਿਹੀ ਕਮੇਟੀ ਥਾਂ ਤੇ ਪੰਥਕ ਲੈਵਲ ਤੇ ਅਸੀਂ ਸਾਰਾ ਸੰਗਤੀ ਕਮੇਟੀ ਬਣਾਉਣਾ ਚਾਹੁੰਦੇ ਹਾਂ। ਸੰਗਤ ਦਾ ਕੰਟਰੋਲ ਹੋਵੇ। ਹੁਣ ਤੁਸੀਂ ਦੱਸੋ ਵੀ ਕੋਈ ਮਾੜੀ ਮੋਟੀ ਵੀ ਲੋਕਾਂ ਦੀ ਸ਼ਮੂਲੀਅਤ ਹੈ? ਇੱਕ ਵਾਰੀ 2011 ਦੇ ਵਿੱਚ ਚੋਣ ਹੋਈ ਸੀ, ਉਹ ਬਾਦਲ ਦੇ ਕੁਝ ਬੰਦੇ ਕਾਮਯਾਬ, ਉਹਦੇ 'ਚ ਕਮੇਟੀ ਕਾਮਯਾਬ ਹੈ ਜਾਂ ਉਹਦੇ ਤੇ ਕੰਟਰੋਲ ਆ, ਉਹੀ ਚੱਲੀ ਜਾਂਦੀ ਹੈ। ਲੋਕਾਂ ਨੂੰ ਕੋਈ ਨਹੀਂ ਪਤਾ ਕੀ ਗੱਲ ਹੁੰਦੀ ਹੈ। ਇਸ ਕਰਕੇ ਅਸੀਂ ਗੁਰਦੁਆਰਿਆਂ ਨੂੰ ਸੰਗਤੀ ਪ੍ਰਬੰਧ ਕਰਨਾ ਚਾਹੁੰਦੇ ਹਾਂ। ਇਹੀ ਸਾਡੀ ਸਿੰਘ ਸਭਾ ਵੱਲੋਂ ਇਹੀ ਅਸੀਂ ਕਹਿਣਾ ਚਾਹੁੰਦੇ। ਠੀਕ ਹੈ ਸਿੱਧੂ ਸਾਹਿਬ ਜੀ, ਹੁਣ ਅਸੀਂ ਇਜਾਜ਼ਤ ਲਈਏ ਕਿ ਜਿਹੜੇ ਪੰਥਕ ਨਜ਼ਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਅਤੇ ਸਰਦਾਰ ਜਸਪਾਲ ਸਿੰਘ ਸਿੱਧੂ ਜੀ ਵੱਲੋਂ ਬਹੁਤ ਬਹੁਤ ਧੰਨਵਾਦ। ਤੇ ਅਸੀਂ ਜਲਦੀ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਦਿਓ ਇਜਾਜ਼ਤ, ਕਰੋ ਫਤਿਹ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।